ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਤੇ ਪ੍ਰੋਗਰਾਮ ਮੁੱਦਾ। ਜੇ ਮੁੱਦੇ ਦੀ ਗੱਲ ਕਰੀਏ ਤੇ ਪੰਜਾਬੀਆਂ ਦੇ ਲਈ ਇੱਕ ਵੱਡਾ ਮੁੱਦਾ ਕਿਸਾਨੀ ਅੰਦੋਲਨ ਹੈ। ਲਗਾਤਾਰ ਹਰ ਅਖਬਾਰ ਉਹਦਾ ਹਰ ਪੰਨਾ ਜਿਹੜਾ ਹੈ ਇਸ ਕਿਸਾਨੀ ਅੰਦੋਲਨ ਨੂੰ ਕਵਰ ਕਰ ਰਿਹਾ ਹੈ। ਵੈਲ ਅੱਜ ਜਦੋਂ ਮੈਂ ਖਬਰਾਂ ਪਲਟ ਰਿਹਾ ਸੀਗਾ ਕਿਸੇ ਹੋਰ ਪ੍ਰੋਗਰਾਮ ਦੇ ਲਈ ਤੇ ਮੈਨੂੰ ਇੱਕ ਆਰਟੀਕਲ ਬਹੁਤ ਸੋਹਣਾ ਲੱਗਿਆ ਤੇ ਮੈਨੂੰ ਲੱਗਦਾ ਕਿ ਤੁਹਾਡੇ ਨਾਲ ਮੈਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਜਿਹੜੀ ਹੈ ਉਸ ਆਰਟੀਕਲ ਨਾਲ ਕਰਾਂ ਤੇ ਉਸ ਤੋਂ ਬਾਅਦ ਕੋਈ ਚੰਗੀ ਗੱਲ ਨਹੀਂ ਹੋ ਸਕਦੀ। ਲਿਖਦੇ ਨੇ, ਰਾਜੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਸਿਰ ਦੋਹਾਂ ਦੇ ਉੱਤੇ ਆਫਤ ਆਈ। ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਕਦੇ ਨਹੀਂ ਸੀ ਤੀਸਰੀ ਜਾਤ ਆਈ। ਇਤਿਹਾਸ ਵਿੱਚ ਜਿਹੜਾ ਉਹ ਫਰੋਲਿਆ ਜਾਂਦਾ ਹੈ ਤੇ ਅਕਸਰ ਅਸੀਂ ਇਸ ਲਈ ਫਰੋਲਦੇ ਹਾਂ ਕਿ ਇਤਿਹਾਸ ਦੇ ਵਿੱਚੋਂ ਸਾਨੂੰ ਸਿੱਖਿਆ ਮਿਲ ਜਾਵੇ। ਇਤਿਹਾਸ ਦੀ ਗੱਲ ਕਰਾਂ ਤੇ ਇਹਦਾ ਮਤਲਬ ਹੀ ਹੁੰਦਾ ਕਿ ਇਸ ਤਰੀਕੇ ਨਾਲ ਹੋਇਆ ਸੀ। ਉਹ ਜੋ ਉਸ ਤਰੀਕੇ ਦੇ ਨਾਲ ਹੋਇਆ ਸੀ ਉਹ ਸੀ ਉਸ ਤੋਂ ਅੱਗੇ ਉੱਠਦੇ ਹਾਂ, ਨਵਾਂ ਕਰਦੇ ਹਾਂ, ਫਿਰ ਉਹਦੇ 'ਚ ਤਰੱਕੀ ਵੀ ਕਰਦੇ ਹਾਂ, ਇੱਕ ਸਟੈਪ ਅੱਗੇ ਚੱਲ ਕੇ। ਇੱਦਾਂ ਦਾ ਹੀ ਕੁਛ ਜਿਹੜਾ ਹੋਇਆ ਉਹ ਇਤਿਹਾਸ ਦੇ ਵਿੱਚ ਹੋਇਆ। 1849 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਅੰਤ ਹੁੰਦਾ ਹੈ ਅਤੇ ਗੋਰਿਆਂ ਦਾ ਰਾਜ ਸ਼ੁਰੂ ਹੋ ਜਾਂਦਾ ਹੈ। ਪਰ ਸਾਨੂੰ ਕੀ ਪਤਾ ਸੀ ਕਿ ਗੋਰੇ ਜਿਹੜੇ ਨੇ ਉਹ ਕਾਲੀ ਚੰਬੜੀ ਦੇ ਵਿੱਚ ਵੀ ਹੋਣਗੇ। ਗੋਰਿਆਂ ਦਾ ਰਾਜ ਐਸਾ ਸ਼ੁਰੂ ਹੋਇਆ ਕਿ ਅਜੇ ਤੱਕ ਖਤਮ ਹੋਣ ਦੇ ਨਾਂ 'ਤੇ ਨਹੀਂ। ਸਾਨੂੰ 1947 ਆਜ਼ਾਦੀ ਤਾਂ ਮਿਲਦੀ ਹੈ, ਪਰ ਸ਼ਾਇਦ ਉਹਨਾਂ ਲੋਕਾਂ ਤੋਂ ਆਜ਼ਾਦੀ ਨਹੀਂ ਮਿਲਦੀ ਜਿਹੜੇ ਇੱਕ ਬਿਊਰੋਕਰੈਟ ਸਿਸਟਮ ਦੇ ਵਿੱਚ ਰਹਿਣਾ ਸਿੱਖ ਗਏ ਸੀਗੇ। ਜਦੋਂ ਅਸੀਂ ਬਿਊਰੋਕਰੈਟ ਸਿਸਟਮ ਦੀ ਗੱਲ ਕਰਦੇ ਹਾਂ ਤੇ ਬਿਊਰੋਕਰੈਟ ਸਿਸਟਮ ਸਿਰਫ ਤੇ ਸਿਰਫ ਸਾਡੀ ਚੰਗਿਆਈ ਲਈ ਬਣਾਇਆ ਜਾਂਦਾ ਹੈ। ਸਰਕਾਰ ਦੀ ਗੱਲ ਕਰਦੇ ਹਾਂ ਤਾਂ ਸਰਕਾਰ ਸਾਡੀ ਨੌਕਰ ਹੁੰਦੀ ਹੈ। ਅਮਰੀਕਾ ਕੈਨੇਡਾ ਦੀਆਂ ਗੱਲਾਂ ਅਸੀਂ ਅਕਸਰ ਸੁਣਦੇ ਹਾਂ। ਥੋੜ੍ਹੇ ਦਿਨ ਪਹਿਲਾਂ ਮੇਰਾ ਦੋਸਤ ਜਿਹੜਾ ਕੈਨੇਡਾ ਦੇ ਕਿਸੇ ਸ਼ਹਿਰ ਰਹਿੰਦਾ, ਉਹਦਾ ਫੋਨ ਆਉਂਦਾ ਹੈ, ਕਹਿੰਦਾ ਕਿ ਅਸੀਂ ਸਬਜ਼ੀਆਂ ਲੈਣ ਜਿਹੜਾ ਹੈ ਜਦੋਂ ਜਾਂਦੇ ਹਾਂ ਤਾਂ ਸਾਨੂੰ ਸਾਡਾ ਕਾਉਂਸਲਰ, ਸਾਡਾ MP, ਸਾਡਾ ਜਿਹੜਾ ਹਾਊਸ ਆਫ ਕਾਮਨ ਹੈ ਉਹਦੇ ਕਈ ਵਾਰ ਬੰਦੇ ਮਿਲ ਜਾਂਦੇ ਨੇ। ਫਿਰ ਅਸੀਂ ਸੋਚਦੇ ਹਾਂ ਕਿ ਬਈ ਸਾਨੂੰ ਇੱਥੇ ਜਦੋਂ ਅਸੀਂ ਗੱਲ ਕਿਸੇ ਨੂੰ ਕਹਿਣ ਜਾਂਦੇ ਹਾਂ, ਚਲੋ ਸਬਜ਼ੀ ਲੈਣ ਦੀ ਤਾਂ ਗੱਲ ਦੂਰ, ਸਾਨੂੰ ਲੱਗਦਾ ਹੈ ਕਿ ਬਈ ਇਹ ਤਾਂ ਰਾਜੇ ਮਹਾਰਾਜੇ ਹੋ ਗਏ ਨੇ, ਇਹ ਸਬਜ਼ੀਆਂ ਤਾਂ ਖਰੀਦਦੇ ਹੀ ਨਹੀਂ ਹੈਗੇ। ਸ਼ਾਇਦ ਇਹਨਾਂ ਦੇ ਕੋਲ ਨੌਕਰ ਚਾਕਰ ਬਹੁਤ ਹੋ ਜਾਂਦੇ, ਚਾਹੇ ਉਹ ਮਹੱਲੇ ਦਾ ਕਾਉਂਸਲਰ ਹੋ ਜਾਵੇ, ਚਾਹੇ ਸਾਡਾ MLA ਹੋ ਜਾਵੇ। ਇੱਕ ਰੁਤਬਾ, ਇੱਕ ਰੋਬ, ਇੱਕ ਗੱਦੀ ਜਿਹੜੀ ਹੈ ਉਹ ਵੱਖਰੀ ਹੋ ਜਾਂਦੀ ਹੈ। ਫਿਰ ਜਦੋਂ ਚਲੋ ਅਸੀਂ ਸਬਜ਼ੀ ਦੀ ਤਾਂ ਉਮੀਦ ਕਰ ਹੀ ਨਹੀਂ ਸਕਦੇ, ਬਾਜ਼ਾਰਾਂ ਦੇ ਵਿੱਚ ਇਕੱਠਿਆਂ ਫਿਰਨ ਦੀ ਗੱਲ ਤਾਂ ਕਰ ਹੀ ਨਹੀਂ ਸਕਦੇ। ਗੁਰਦੁਆਰੇ ਜੇ ਉਹ ਨਤਮਸਤਕ ਹੋਣ ਗਿਆ ਹੈ ਤਾਂ ਅਸੀਂ ਉਮੀਦ ਹੀ ਨਹੀਂ ਕਰ ਸਕਦੇ ਕਿ ਨੋਰਮਲ ਤਰੀਕੇ ਦੇ ਨਾਲ ਗਿਆ ਹੋਵੇ ਔਰ ਅਸੀਂ ਵੀ ਉੱਥੇ ਨਤਮਸਤਕ ਹੁੰਦੇ ਹੋਈਏ। ਇਹਨਾਂ ਸਾਰੀਆਂ ਗੱਲਾਂ ਤੋਂ ਉੱਪਰ ਉੱਠ ਜਾਈਏ ਤਾਂ ਅਸੀਂ ਗੱਲ ਉਹਦੀ ਕਰ ਲਈਏ ਕਿ ਜੇ ਕੋਈ ਆਪਣੀ ਫਰਿਆਦ ਲੈ ਕੇ ਵੀ ਜਾਂਦਾ ਹੈ ਤਾਂ ਇਹਨਾਂ ਨੂੰ ਲੱਗਦਾ ਹੈ ਕਿ ਅਸੀਂ ਸ਼ਾਇਦ ਮਹਾਰਾਜੇ ਹੋ ਗਏ ਹਾਂ। 2 ਘੰਟੇ ਪਹਿਲਾਂ ਸਾਨੂੰ ਵੇਟ ਕਰਾਉਣਗੇ, ਫਿਰ PA ਕਹੂਗਾ ਜੀ ਬਸ ਆ ਰਹੇ ਆ ਰਹੇ ਆ ਰਹੇ। ਉਹ ਆਉਂਦੇ ਅੱਧਾ ਕੁ ਘੰਟਾ ਫਿਰ ਬੰਨੇ ਔਰ ਉਸ ਤੋਂ ਬਾਅਦ ਆਉਂਦੇ ਨੇ ਉਹ ਸਤਿ ਸ਼੍ਰੀ ਅਕਾਲ ਕਰਦੇ ਚਲੇ ਜਾਂਦੇ ਨੇ। ਫਿਰ ਅਗਲਾ ਦੂਸਰੇ ਦਿਨ ਆਉਂਦਾ ਹੈ ਅਤੇ ਫਿਰ ਤੀਸਰੇ ਦਿਨ ਕਹਿੰਦੇ ਚਲੋ ਇਹਦਾ ਮੁੱਦਾ ਕੀ ਆ, ਮੈਨੂੰ ਦੱਸੋ, ਮੈਂ ਸੁਣ ਹੀ ਲੈਣਾ। ਪਤਾ ਕਰਨਾ ਕੁਛ ਨਹੀਂ ਅਸੀਂ, ਫਿਰ ਉਹ ਧੜਵੰਜ ਜਿਹਾ ਦੇ ਕੇ ਕਹਿ ਲੈਂਦੇ ਨੇ। ਅਤੇ ਜੇ ਕਰਨਾ ਹੁੰਦਾ ਹੈ ਤਾਂ ਫਿਰ ਇੱਕ ਮੋਟੀ ਰਕਮ ਜਿਹੜੀ ਹੈ ਉਹਦੀ ਮੰਗ ਕਰ ਲੈਂਦੇ ਨੇ। ਇਹ ਇੱਕ ਤਰੀਕੇ ਦਾ ਸਿਸਟਮ ਹੈ। ਵੈਲ ਮੈਂ ਹੁਣ ਦੁਬਾਰਾ ਮੁੜਦਾ ਸ਼ਾਹ ਮੁਹੰਮਦ ਦੇ ਉੱਤੇ। ਸ਼ਾਹ ਮੁਹੰਮਦਾ ਕਦੇ ਨਹੀਂ ਸੀ ਤੀਸਰੀ ਜਾਤ ਆਈ। ਹਿੰਦੂਆਂ ਅਤੇ ਸਿੱਖਾਂ ਦੀ ਗੱਲ ਕੀਤੀ ਜਾ ਰਹੀ ਹੈ, ਹਿੰਦੂਆਂ ਅਤੇ ਮੁਸਲਮਾਨਾਂ ਦੀ ਗੱਲ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਸਿੱਖ ਵੀ ਆਉਂਦੇ ਨੇ ਔਰ ਉਹਨਾਂ ਦੀ ਵੀ ਗੱਲ ਕਰਦੇ ਨੇ। ਤੀਸਰੀ ਜਾਤ ਤੋਂ ਭਾਵ ਰਾਜਨੀਤੀ, ਉਹ ਗੰਦੀ ਰਾਜਨੀਤੀ ਜਿਹੜੀ ਅੱਜ ਪੰਜਾਬ ਦੇ ਨਾਲ ਹੋ ਰਹੀ ਹੈ, ਪੂਰੇ ਭਾਰਤ ਦੇ ਵਿੱਚ ਹੋ ਰਹੀ ਹੈ। ਔਰ ਇਹ ਕਿਹਾ ਜਾ ਰਿਹਾ ਕਿ ਅਸੀਂ ਤਾਂ ਹਿੱਤਾਂ ਦੇ ਲਈ ਕਰਦੇ ਹਾਂ। ਜੇ ਅੱਜ ਮੈਂ ਟਵੀਟ ਦੀ ਗੱਲ ਕਰਾਂ ਤਾਂ ਅਮਿਤ ਸ਼ਾਹ ਦਾ ਟਵੀਟ ਆਉਂਦਾ ਇੱਕ ਕਿ ਅਸੀਂ ਲਾਅ ਦੇ ਉੱਤੇ ਕੰਮ ਨਹੀਂ ਕਰਦੇ, ਅਸੀਂ ਸੈਂਟੀਮੈਂਟਸ ਦੇ ਉੱਤੇ ਕੰਮ ਕਰਦੇ ਹਾਂ। ਮੈਨੂੰ ਲੱਗਦਾ ਹੈ ਕਿ ਲਾਅ ਦੇ ਉੱਤੇ ਤਾਂ ਚਲੋ ਇਹ ਵਾਕਈ ਨਹੀਂ ਕੰਮ ਕਰਦੇ, ਪਰ ਕਿਸੇ ਦੇ ਸੈਂਟੀਮੈਂਟ ਹਰਟ ਕਰਨ ਦੇ ਲਈ ਜ਼ਰੂਰ ਕੰਮ ਕਰਦੇ ਨੇ। ਸੋ ਇਹ ਸਿਆਸਤ ਜਿਹੜੀ ਹੈ ਇਹਨੂੰ ਬਚ ਕੇ ਰਹਿਣਾ ਸਾਡਾ ਬਹੁਤ ਵੱਡਾ ਘਾਣ ਕਰ ਦੇਗੀ। ਇਹ ਸਿਆਸਤ ਤੋਂ ਬਚਣਾ ਬਹੁਤ ਜ਼ਰੂਰੀ ਹੈ ਸਾਡੇ ਲਈ। ਸਿਆਸਤ ਚੰਗੀ ਹੋਵੇ ਤਾਂ ਤੁਹਾਡੇ ਮਹਿਲ ਮੁਨਾਰੇ ਖਿੜ ਜਾਂਦੇ ਨੇ। ਜਦੋਂ ਸਿਆਸਤ ਬੁਰੀ ਹੋਣੀ ਹੋ ਜਾਵੇ ਨਾ ਤਾਂ ਫਿਰ ਤੁਹਾਨੂੰ ਲੈ ਪੈਂਦੀ ਹੈ। ਇੱਦਾਂ ਦਾ ਕੁਝ ਭਾਰਤ ਦੇ ਨਾਲ ਹੋ ਰਿਹਾ। ਅੱਜ ਇੱਕ ਹੋਰ ਬਹੁਤ ਵੱਡੀ ਗੱਲ ਹੈ ਜੇ ਕੀਤੀ ਜਾਵੇ ਤਾਂ 14 ਫਰਵਰੀ ਪੁਲਵਾਮਾ ਅਟੈਕ ਹੁੰਦਾ ਹੈ। ਸਾਡੇ 40 ਨੌਜਵਾਨ ਜਿਹੜੇ ਨੇ, 40 ਜਵਾਨ ਕਹਿ ਲਈਏ, ਸ਼ਹੀਦ ਹੋ ਜਾਂਦੇ ਨੇ। ਐਡੀ ਵੱਡੀ ਭਾਰੀ ਮਾਤਰਾ ਦੇ ਵਿੱਚ RDX ਵਰਤਿਆ ਜਾਂਦਾ ਹੈ ਕਿ ਸਾਡੀਆਂ ਇੰਟਰਪੋਲ ਏਜੰਸੀਜ਼ ਨੂੰ, ਕਿ ਸਾਡੇ ਜਿਹੜੀਆਂ ਬਹੁਤ ਸੀਕ੍ਰੇਟ ਏਜੰਸੀਆਂ ਨੇ ਉਹਨਾਂ ਨੂੰ ਕੋਈ ਖਬਰ ਨਹੀਂ ਸੀ।
ਹੁਣ ਗੱਲ ਕੀਤੀ ਜਾਵੇ ਉਹ ਇਲਾਕਾ ਜਿੱਥੇ ਅਸੀਂ ਕਹਿੰਦੇ ਆ ਕਿ ਦਿਨ ਦਿਹਾੜੇ ਇਹ ਸਭ ਕੁਝ ਹੋ ਗਿਆ। ਕਸ਼ਮੀਰੀ ਲੋਕ ਦੱਸਦੇ ਆ ਕਿ ਕੋਈ ਸਿਵੀਲੀਅਨ ਜੇ ਉੱਥੇ ਦਿਨ ਦਿਹਾੜੇ ਚਲੇ ਜਾਵੇ ਤਾਂ ਉੱਥੇ ਉਹ ਨਿਊਜ਼ ਬਣ ਜਾਂਦੀ ਹੈ, ਤੇ ਰਾਤ ਨੂੰ ਤਾਂ ਉੱਥੇ ਕੋਈ ਜਾ ਵੀ ਨਹੀਂ ਸਕਦਾ, ਪਰ ਨਹੀਂ ਮਾਰ ਸਕਦਾ। ਇਹ ਸਰਕਾਰਾਂ ਦੀ ਕਿਤੇ ਨਾ ਕਿਤੇ ਬਹੁਤ ਵੱਡੀ ਗਲਤੀ ਹੈ, ਬਹੁਤ ਵੱਡੀ ਜੇ ਕਿਹਨੂੰ ਕਹਿ ਲਈਏ ਕਿ ਇੱਕ ਪ੍ਰੋਪੇਗੰਡਾ ਜਾਂ ਸਾਜ਼ਿਸ਼ ਵੀ ਹੋ ਸਕਦੀ ਹੈ। ਪੁਲਵਾਮਾ ਅਟੈਕ ਹੁੰਦਾ ਹੈ, ਫਿਰ ਉਹਦੇ ਬਦਲੇ ਦੇ ਵਿੱਚ 에ਅਰ ਸਟ੍ਰਾਈਕ ਹੁੰਦੀ ਹੈ। ਨੈਸ਼ਨਲ ਸਿਕਿਉਰਿਟੀ ਹੋਵੇ ਤੇ ਕਿਸੇ ਚੈਨਲ ਨੂੰ ਪਹਿਲਾਂ ਹੀ ਪਤਾ ਹੋ ਜਾਵੇ ਕਿ ਇਹ ਸਭ ਕੁਝ ਹੋਣਾ ਆ, ਤਾਂ ਤੁਸੀਂ ਹਿਸਾਬ ਲਾ ਸਕਦੇ ਹੋ ਦੇਸ਼ ਕਿਹੜੇ ਬੰਨੇ ਜਾ ਰਿਹਾ। ਮੈਂ ਗੱਲ ਕਰ ਰਿਹਾ ਰਿਪਬਲਿਕਨ ਟੀਵੀ ਦੀ, ਜਿਹਦਾ ਇੱਕ ਐਂਕਰ ਜਿਹੜਾ ਹੈ ਉਹ ਗੱਲ ਲੋਕਾਂ ਦੀ ਤਾਂ ਬਹੁਤ ਘੱਟ ਸੁਣਦਾ ਹੈ, ਪਰ ਆਪਣੀ ਗੱਲ ਇੱਦਾਂ ਸੁਣਾਉਂਦਾ ਹੈ ਕਿ ਪਤਾ ਨਹੀਂ ਉਹਨੂੰ ਕੀ ਹੋ ਗਿਆ, ਕੋਈ ਭੂਤ ਜੜੇਲ ਚੁੰਬੜ ਗਈ ਹੈ, ਜਾਂ ਫਿਰ ਅਗਲਾ ਸਾਹ ਖਰੇ ਆਉਣਾ ਹੀ ਨਹੀਂ, ਇਸ ਕਰਕੇ ਉਹ ਇੱਕ ਸਾਹ ਦੇ ਵਿੱਚ ਸਭ ਕੁਝ ਕਹਿਣਾ ਚਾਹੁੰਦਾ ਹੈ। ਇਹ ਇੱਕ ਤਰੀਕੇ ਨਾਲ ਇੰਜ ਲੱਗ ਰਿਹਾ ਹੈ ਕਿ ਸਰਕਾਰਾਂ ਜਿਹੜੀਆਂ ਨੇ ਉਹ ਇਹ ਜਿਹੜੇ ਕਾਰਪੋਰੇਟ ਘਰਾਣੇ ਨੇ, ਜਾਂ ਫਿਰ ਇਹ ਨਿਊਜ਼ ਚੈਨਲ ਚਲਾ ਰਹੇ ਨੇ, ਜਾਂ ਫਿਰ ਇਹ ਕਹਿ ਲਈਏ ਕਿ ਸਰਕਾਰ ਜਿਹੜੀ ਹੈ ਉਹ ਨਿਊਜ਼ ਚੈਨਲ ਚਲਾ ਰਹੀ ਹੈ। ਇਸ ਲਈ ਸਰਕਾਰ ਉਸ ਨਿਊਜ਼ ਚੈਨਲ ਨੂੰ ਚੱਲਣ ਲਈ, ਉਹਦੀ ਵਾਹਵਾਹੀ ਕਰਾਉਣ ਦੇ ਲਈ ਉਹਨੂੰ ਸਭ ਤੋਂ ਪਹਿਲਾਂ ਆਪਣੀਆਂ ਖਬਰਾਂ ਦੇ ਦਿੰਦੀ ਹੈ। ਟਰਾਇਲ ਹੁੰਦੇ ਨੇ, ਲਗਾਤਾਰ ਉਹਦੇ ਉੱਤੇ ਗੱਲਾਂ ਬਾਤਾਂ ਹੁੰਦੀਆਂ ਨੇ, ਪਰ ਅਜੇ ਤੱਕ ਵੀ ਕੁਝ ਨਹੀਂ ਹੋ ਨਿਬੜਦਾ। ਫਿਰ ਤੁਸੀਂ ਕਹਿੰਦੇ ਹੋ ਕਿ ਅਸੀਂ ਕਹਿੰਦੇ ਹਾਂ ਅਸੀਂ ਉਸ ਮੁਲਕ ਦੇ ਵਾਸੀ ਹਾਂ ਜਿਹਨੂੰ ਆਜ਼ਾਦ ਹੋਏ ਤੇ ਕਈ ਵਰ੍ਹੇ ਹੋ ਗਏ ਨੇ। ਲੋਕਤੰਤਰ ਸਭ ਤੋਂ ਵੱਡਾ ਹੈ ਸਾਡਾ ਦੁਨੀਆ ਦਾ। ਭਾਰਤ ਦਾ ਲੋਕਤੰਤਰ ਦੀ ਗੱਲ ਕੀਤੀ ਜਾਵੇ ਤਾਂ ਇੱਕ ਵੱਡੇ ਲੋਕਤੰਤਰ ਦੇ ਆ, ਲੌਂਗੈਸਟ ਕੌਨਸਟੀਟਿਊਸ਼ਨ ਹੈ, ਰਿਟਨ ਕੌਨਸਟੀਟਿਊਸ਼ਨ ਹੈ। 2 ਪਾਰੀਆਂ ਦਾ ਮੰਤਰੀ ਜਦੋਂ ਪ੍ਰੈਸ ਕਾਨਫਰੰਸ ਨਾ ਕਰੇ ਤਾਂ ਫਿਰ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਉਹ ਕਿੰਨੀਆਂ ਕੁ ਲੋਕਾਂ ਦੀਆਂ ਕਦਰਾਂ ਕੀਮਤਾਂ ਦੀ ਕਦਰ ਕਰਦਾ ਹੈ। ਇਹ ਇੱਕ ਤਰੀਕੇ ਦੇ ਨਾਲ ਸੋਚਣ ਵਾਲੀ ਗੱਲ ਹੈ, ਵਿਚਾਰਨ ਵਾਲੀ ਗੱਲ ਹੈ, ਔਰ ਇਹਦੇ ਉੱਤੇ ਲਗਾਤਾਰ ਗੱਲ ਕਰਨੀ ਚਾਹੀਦੀ ਹੈ। ਜੇ ਉਹ ਕਿਸੇ ਨੂੰ ਇੰਟਰਵਿਊ ਦਿੰਦਾ ਆ ਤੇ ਇੰਝ ਲੱਗਦਾ ਹੈ ਕਿ ਸਕ੍ਰਿਪਟਡ ਆਨਸਰ ਨੇ, ਸਕ੍ਰਿਪਟਡ ਕੁਐਸਚਨ ਨੇ, ਸਕ੍ਰਿਪਟਡ ਰਿਐਕਸ਼ਨ ਨੇ, ਤੇ ਸਕ੍ਰਿਪਟਡ ਆਨਸਰ ਆਉਂਦੇ ਨੇ ਅੱਗੋਂ ਵੀ। ਸੋ ਇਹ ਇੱਕ ਤਰੀਕੇ ਦੇ ਨਾਲ ਬਹੁਤ ਹੀ ਮੰਦਭਾਗੀ ਤੇ ਮੰਦ ਬੋਲੀ ਘਟਨਾ ਹੈ ਸਾਡੇ। ਸੋ ਇੱਕ ਤਰੀਕੇ ਦੇ ਨਾਲ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਭਾਰਤ ਦੇ ਲਈ। ਹੁਣ ਮੈਂ ਗੱਲ ਕਰਾਂਗਾ ਕਿਸਾਨੀ ਅੰਦੋਲਨ ਦੇ ਲਈ। ਦੀਪ ਸਿੱਧੂ ਫੜਿਆ ਗਿਆ, ਰਿਮਾਂਡ 'ਚ ਰੱਖਿਆ ਗਿਆ, ਤੇ ਕੱਲ ਹੁਣ ਖਬਰਾਂ ਸਾਡੇ ਕੋਲ ਇਹ ਆਉਂਦੀਆਂ ਨੇ ਕਿ ਉਹਨਾਂ ਨੇ ਕਹਿ ਦਿੱਤਾ ਕਿ ਦੀਪ ਸਿੱਧੂ ਇਹ ਕਹਿ ਰਿਹਾ ਹੈ ਕਿ ਬਾਕੀ ਸਭ ਵੀ ਜਾ ਰਹੇ ਸੀ, ਇਸ ਕਰਕੇ ਮੈਂ ਵੀ ਚਲਾ ਗਿਆ। ਹਾਂ, ਮੈਂ ਆਪਣੇ ਫੈਨ ਫਾਲ ਵਧਾਉਣ ਦੇ ਲਈ ਉੱਥੇ ਲਾਈਵ ਜ਼ਰੂਰ ਹੋ ਗਿਆ ਸੀ। ਜਦੋਂ ਘਟਨਾ ਖਤਮ ਹੁੰਦੀ ਹੈ ਤਾਂ ਪਹਿਲਾਂ ਜਿਹੜੀ ਉਹਦੀ ਲੋਕੇਸ਼ਨ ਹੈ ਉਹ ਲਾਲ ਕਿਲੇ ਤੇ ਰਾਜਘਾਟ ਦੇ ਵਿਚਕਾਰ ਹੁੰਦੀ ਹੈ, ਦੂਸਰੀ ਉਹਦੀ ਸਿੰਘੂ ਬਾਰਡਰ ਦੇ ਕੋਲ ਆਉਂਦੀ ਹੈ, ਤੇ ਤੀਸਰੀ ਕਿਸੇ ਹਰਿਆਣੇ ਦੇ ਪਿੰਡ ਆਉਂਦੀ ਹੈ, ਤੇ ਉੱਥੇ ਜਾ ਕੇ ਉਹਦਾ ਫੋਨ ਬੰਦ ਹੋ ਜਾਂਦਾ ਹੈ। ਇਹ ਘਟਨਾ ਕੀ ਹੈ, ਕਿੱਦਾਂ ਇਹਦੀ ਜਾਂਚ ਹੋਊਗੀ, ਕੌਣ ਸਾਹਮਣੇ ਆਊਗਾ, ਤਫਤੀਸ਼ ਕਿੱਦਾਂ ਹੋ ਰਹੀ ਹੈ, ਸਾਨੂੰ ਕੁਝ ਨਹੀਂ ਪਤਾ। ਇਹ ਸਮਾਂ ਦੱਸੂਗਾ ਕਿ ਕੌਣ ਜਿਹੜਾ ਹੈ ਇਸ ਅੰਦੋਲਨ ਦੇ ਹੱਕ ਵਿੱਚ ਖੜਿਆ ਤੇ ਕੌਣ ਇਸ ਅੰਦੋਲਨ ਤੋਂ ਭੱਜਦਾ ਨਜ਼ਰ ਆਇਆ। ਬਹੁਤਾਤ ਲੋਕ ਜੇ ਪੰਜਾਬ ਦੀ ਗੱਲ ਕਰੀਏ ਤੇ ਦੀਪ ਸਿੱਧੂ ਦੇ ਨਾਲ ਖੜੇ ਜਾਪਦੇ ਨੇ, ਤੇ ਬਹੁਤਾਤ ਜਿਹੜੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਦੀਪ ਸਿੱਧੂ ਇੱਕ ਏਜੰਸੀਆਂ ਦਾ ਪਲਾਟ ਕੀਤਾ ਅਨਸਰ ਹੈ। ਇਹ ਸਮਾਂ ਦੱਸੂਗਾ ਅੱਗੇ, ਫਿਰ ਇਹ ਮੈਂ ਕਹਿ ਸਕਦਾ। ਪਰ ਹੁਣ ਜੋ ਮੈਂ ਤੁਹਾਨੂੰ ਦੱਸ ਰਿਹਾ ਉਹ ਇਹ ਹੈ ਕਿ ਲੱਖਾ ਸਿਧਾਣਾ, ਦੀਪ ਸਿੱਧੂ ਤੇ ਲੱਖਾ ਸਿਧਾਣਾ ਨੇ ਬੜੀ ਲਾਈਮਲਾਈਟ ਲਈ। ਹੁਣ ਦੀਪ ਸਿੱਧੂ ਤੇ ਲੱਖਾ ਸਿਧਾਣਾ ਦੇ ਜਿਹੜੇ ਰਿਸ਼ਤੇ ਨੇ ਉਹਨਾਂ ਦੇ ਚੱਲਦੇ ਨਜ਼ਰ ਆਪਾਂ ਇਹ ਕਹਿ ਲਈਏ ਕਿ ਲੱਖਾ ਸਿਧਾਣਾ ਦੇ ਉੱਤੇ ਵੀ 1 ਲੱਖ ਰੁਪਇਆ ਨਾਮ ਰੱਖ ਦਿੱਤਾ। ਹੁਣ ਉਹਨੂੰ ਵੀ ਪੁਲਿਸ ਫੜਨ ਦੇ ਲਈ ਛੁਰੀ ਪਈ ਹੈ। ਉਧਰੋਂ ਕਿਸਾਨ ਜਿਹੜਾ ਹੈ, ਸੰਯੁਕਤ ਮੋਰਚਾ ਜਿਹੜਾ ਕਿਸਾਨਾਂ ਦਾ ਹੈ, ਉਹਨੇ ਕਿਹਾ ਤਾਂ ਕਿ ਅਸੀਂ ਨਿਰਪੱਖ ਜਾਂਚ ਦੀ ਮੰਗ ਕਰਦੇ ਹਾਂ। ਪਰ ਸਵਾਲ ਤਾਂ ਫਿਰ ਇੱਥੇ ਰਹਿ ਗਿਆ ਨਾ ਕਿ ਨਿਰਪੱਖ ਜਾਂਚ ਕਿੱਦਾਂ ਹੋਊਗੀ, ਕਿਸ ਤਰੀਕੇ ਦੇ ਨਾਲ ਹੋਊਗੀ, ਕਿਹੜੀਆਂ ਏਜੰਸੀਆਂ ਦੇ ਨਾਲ ਹੋਊਗੀ। ਜੇ ਹੁਣ ਏਜੰਸੀਆਂ ਦੀ ਗੱਲ ਕਰ ਲਈਏ ਤੇ ਇਹ ਏਜੰਸੀਆਂ ਸਰਕਾਰਾਂ ਦੀਆਂ ਹੋ ਨਿਬੜੀਆਂ, ਸਰਕਾਰਾਂ ਦੇ ਲਈ ਕੰਮ ਕਰਦੀਆਂ ਨੇ, ਸਰਕਾਰਾਂ ਦੀਆਂ ਤੂਤੀ ਬੋਲਦੀਆਂ ਨਜ਼ਰ ਆਉਂਦੀਆਂ ਨੇ। ਫਿਰ ਸ਼ਾਇਦ ਸਾਡੇ ਇਸ ਮਸਲੇ ਨੂੰ ਕੌਣ ਸੁਲਝਾਊਗਾ। ਇਹ ਤਾਣਾ ਬਾਣਾ ਜਿਹੜਾ ਹੈ ਇੰਡੀਅਨ ਡੈਮੋਕ੍ਰੇਸੀ ਦਾ ਤਾਣਾ ਬਾਣਾ ਹੈ, ਇੰਡੀਅਨ ਕੌਨਸਟੀਟਿਊਸ਼ਨਲੀ ਜਿਹੜੀਆਂ ਸਿਲੈਕਟਡ ਪੋਲੀਟੀਕਲ ਪਾਰਟੀਆਂ ਦਾ ਤਾਣਾ ਬਾਣਾ ਹੈ, ਉਹਨੂੰ ਕਿਵੇਂ ਕੋਈ ਸੁਲਝਾਏਗਾ। ਮਿਆਂਮਾਰ ਦੀ ਗੱਲ ਤੇ ਸਾਰੇ ਕਰ ਰਹੇ ਨੇ ਕਿਉਂਕਿ ਉੱਥੇ ਡਿਕਲੇਅਰਡ ਐਮਰਜੈਂਸੀ ਹੋ ਗਈ ਹੈ। ਉੱਥੇ ਉਹਨਾਂ ਦੇ ਜਿਹੜੇ ਫੌਜੀ ਸ਼ਾਸਕ ਨੇ ਉਹ ਸਾਹਮਣੇ ਆ ਗਏ ਨੇ, ਤੇ ਇਲੈਕਟਡ ਜਿਹੜੇ ਉਹਨਾਂ ਦੇ ਲੋਕ ਨੇ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ, ਕਈਆਂ ਨੂੰ ਅਰੈਸਟ ਕਰ ਦਿੱਤਾ। ਪਰ ਭਾਰਤ ਵਰਗੇ ਮੁਲਕ ਦੇ ਉੱਤੇ ਜਦੋਂ 2 ਮਹੀਨਿਆਂ ਤੋਂ ਬਾਅਦ ਲੋਕ ਜਿਹੜੇ ਨੇ ਦਿੱਲੀ ਦੀਆਂ ਬਰੂਹਾਂ ਯਾਨੀ ਕਿ ਆਪਣੀ ਰਾਜਧਾਨੀ ਦੇ ਉੱਤੇ ਬੈਠੇ ਹੋਣ, ਤੇ ਉਹਨਾਂ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ।
ਗੱਲਾਂ ਹੋ ਵੀ ਰਹੀਆਂ ਨੇ ਔਰ ਬਹੁਤ ਲੋਕ ਇਹ ਵੀ ਕਹਿ ਰਹੇ ਨੇ ਕਿ ਇਹ ਕੌਮਾਂਤਰੀ ਮੁੱਦਾ ਬਣ ਜਾਊਗਾ, ਪਰ ਅਸੀਂ ਪੰਜਾਬੀ ਤੇ ਇਹ ਸੋਚ ਰਹੇ ਹਾਂ ਕਿ ਇਹ ਕੌਮਾਂਤਰੀ ਮੁੱਦਾ ਬਣ ਗਿਆ ਹੈ, ਜਿੱਥੇ ਬਹੁਤ ਵੱਡੇ ਪੌਪ ਸਟਾਰ ਵੀ ਸਾਡੇ ਲਈ ਸਪੋਰਟ ਕਰ ਰਹੇ ਨੇ। ਕੱਲ ਗੱਲਬਾਤ ਹੁੰਦੀ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ। ਕਿਹਾ ਤਾਂ ਜਾ ਰਿਹਾ ਇਹ ਹੈ ਕਿ ਜਸਟਿਨ ਟਰੂਡੋ ਨੇ ਇਸ ਕਿਸਾਨੀ ਸੰਘਰਸ਼ ਦੇ ਬਾਰੇ ਵੀ ਗੱਲ ਕੀਤੀ ਹੈ, ਪਰ ਮੰਤਰਾਲੇ ਵੱਲੋਂ ਹਲੇ ਕੋਈ ਕਲੈਰਿਟੀ ਨਹੀਂ ਆਈ ਕਿ ਕਿਹੜੀ ਗੱਲ ਹੋਈ ਸੀ, ਕੀ ਕਿਹਾ ਦੋਹਾਂ ਨੇ। ਅਸੀਂ ਇਹ ਵੀ ਦੇਖਿਆ ਕਿ ਲਗਾਤਾਰ ਉਹਨਾਂ ਨੇ ਸਪੋਰਟ ਕੀਤੀ ਹੈ ਕਿਸਾਨੀ ਅੰਦੋਲਨ ਨੂੰ, ਸੰਘਰਸ਼ ਨੂੰ, ਔਰ ਉਹਨਾਂ ਨੇ ਕਿਹਾ ਕਿ ਅਸੀਂ ਸ਼ਾਂਤਮਈ ਸੰਘਰਸ਼ ਦੇ ਹੱਕ ਵਿੱਚ ਹਾਂ। ਜਿਸ ਤੋਂ ਬਾਅਦ ਸਾਡੀ ਸ਼ਾਇਦ ਸਰਕਾਰ ਨੂੰ ਮਿਰਚਾਂ ਲੱਗਣੀਆਂ ਵੀ ਸ਼ੁਰੂ ਹੋ ਗਈਆਂ। ਇਹਨਾਂ ਦੇ ਮਿਰਚਾਂ ਦੇ ਚੱਲਦੇ ਸਰਕਾਰ ਨੇ ਲਗਾਤਾਰ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਬਈ ਮਿਰਚਾਂ ਹੁਣ ਲੜ ਰਹੀਆਂ ਸਾਨੂੰ, ਅਸੀਂ ਇਹਦਾ ਹੱਲ ਕਰ ਲਈਏ। ਫਿਰ ਮੰਤਰਾਲਾ ਕਹਿੰਦਾ ਕਿ ਸਾਡੇ ਬਿਲਾਟਰਲ ਇਸ਼ੂ ਵਿਗੜ ਸਕਦੇ ਨੇ ਜੇ ਤੁਸੀਂ ਸਹੀ ਤੇ ਸਟੀਕ ਢੰਗ ਦੇ ਨਾਲ ਕੰਮ ਨਹੀਂ ਕੀਤਾ। ਤੁਸੀਂ ਹਿਸਾਬ ਲਾ ਸਕਦੇ ਹੋ ਸਰਕਾਰ ਜਿਹੜੀ ਹੈ ਅੰਦਰੋਂ ਡਰੀ ਹੋਈ ਹੈ। ਉਹਨੂੰ ਲੱਗਦਾ ਹੈ ਕਿ ਜੇ ਇੰਟਰਨੈਸ਼ਨਲ ਪ੍ਰੈਸ਼ਰ ਪੈ ਗਿਆ ਤਾਂ ਫਿਰ ਅਸੀਂ ਕੀ ਕਰਾਂਗੇ। ਬਹੁਤ ਵਾਰ ਮੈਂ ਗੱਲ ਕੀਤੀ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਆਰਟੀਕਲ 19A ਦੀ। ਸ਼ਾਇਦ ਇੱਥੇ ਐਕਸਰਸਾਈਜ਼ ਹੁੰਦਾ ਹੀ ਨਹੀਂ, ਮੈਨੂੰ ਇੱਦਾਂ ਲੱਗਦਾ, ਕਿਉਂਕਿ ਜਦੋਂ ਅਸੀਂ ਇਹਦੀ ਗੱਲ ਕਰਦੇ ਹਾਂ ਤਾਂ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਇੱਕ ਬਹੁਤ ਵੱਡਾ ਮੌਕਾ ਮਿਲਦਾ ਹੈ। ਗੱਲ ਲੋਕੀ ਜਿਹੜੇ ਕਹਿੰਦੇ ਨੇ, ਜਿਹੜੇ ਹੱਕ ਸੱਚ ਦੀ ਕਹਿੰਦੇ ਨੇ, ਉਹਨਾਂ ਨੂੰ ਤਾਂ ਜੇਲ੍ਹਾਂ ਦੇ ਵਿੱਚ ਪਾ ਦਿੱਤਾ ਜਾਂਦਾ ਹੈ। ਉਹਨਾਂ ਦੇ ਨਾਲ ਲੁੱਟ ਖਸੁੱਟ ਕੀਤੀ ਜਾਂਦੀ ਹੈ। ਉਹਨਾਂ ਦੇ ਜੇ ਚਾਹੇ ਮੈਂ ਵਰਵਰਾ ਰਾਓ ਦੀ ਗੱਲ ਕਰਾਂ ਤਾਂ ਉਹਨਾਂ ਨੂੰ ਸਟ੍ਰੋ ਤੱਕ ਦੇ ਲਈ ਤਰਸਣਾ ਪੈਂਦਾ ਹੈ। ਅਤੇ ਬਹੁਤ ਸਾਰੇ JNU ਦੇ ਜਿਹੜੇ ਬੱਚੇ ਨੇ, ਜਿਹੜੇ ਮਨੁੱਖੀ ਕਾਰਕੁਨ ਨੇ, ਜਿਹੜੇ ਮਸਲਿਆਂ ਦੇ ਲਈ ਕੰਮ ਕਰਦੇ ਨੇ, ਮਨੁੱਖੀ ਮਸਲਿਆਂ ਲਈ ਕੰਮ ਕਰਦੇ ਸੀ, ਆਵਾਜ਼ ਉਠਾਉਂਦੇ ਸੀ, ਤਾਂ ਉਹਨਾਂ ਦੇ ਉੱਤੇ ਸੈਡੀਸ਼ਨ ਯਾਨੀ ਦੇਸ਼ ਦਰੋਹ ਲੱਗਣੇ ਸ਼ੁਰੂ ਹੋ ਗਏ। ਇੱਕ ਤਰੀਕੇ ਦੇ ਨਾਲ ਡੈਮੋਕ੍ਰੇਸੀ ਦਾ ਪੂਰੀ ਦਾ ਤਾਣਾ ਬਾਣਾ ਜਿਹੜਾ ਹੈ ਉਹ ਵਿਗੜ ਚੁੱਕਾ ਹੈ। ਇਸ ਲਈ ਤਾਂ ਸ਼ਾਇਦ ਇਹਦੇ ਉੱਤੇ ਇੱਕ ਸਟੀਕ ਐਕਸ਼ਨ ਲੈਣ ਦੀ ਲੋੜ ਹੈ। ਅੱਜ ਇੱਕ ਹੋਰ ਸਟੇਟਮੈਂਟ ਆਉਂਦੀ ਹੈ ਸਾਡੇ ਹੋਮ ਮਿਨਿਸਟਰ ਅਮਿਤ ਸ਼ਾਹ ਹੋਣਾ ਦੀ। ਅਮਿਤ ਸ਼ਾਹ ਕਹਿੰਦੇ ਨੇ ਕਿ ਜਿਹੜਾ ਸਟੇਟ ਬਣੀ ਸੀ ਜੰਮੂ ਐਂਡ ਕਸ਼ਮੀਰ, ਉਹ ਇੱਕ ਚੰਗੇ ਤੇ ਢੁਕਵੇਂ ਸਮੇਂ ਤੇ ਬਣੀ ਸੀ। 18 ਮਹੀਨਿਆਂ ਬਾਅਦ ਉੱਥੇ ਇੰਟਰਨੈਟ ਚੱਲਦਾ ਹੈ। ਹੁਣ ਬਹੁਤ ਸਾਰੇ ਲੋਕ ਉਹਦੇ 'ਤੇ ਵੀ ਗੱਲ ਕਰਦੇ ਨੇ ਕਿ ਜਿਹੜਾ ਇੰਟਰਨੈਟ ਇਹਨਾਂ ਨੇ ਚਲਾਇਆ ਹੈ ਉਹ ਦਬਾਅ ਦੇ ਵਿੱਚ ਆ ਕੇ ਚਲਾਤਾ ਹੈ, ਇੰਟਰਨੈਸ਼ਨਲ ਦਬਾਅ ਦੇ ਵਿੱਚ ਆ ਕੇ ਚਲਾਇਆ ਹੈ। ਇਹਨੂੰ ਵੀ ਉਹਨਾਂ ਨੇ ਕਲੈਰੀਫਾਈ ਕੀਤਾ, ਕਹਿੰਦੇ ਜੀ ਅਸੀਂ ਦਬਾਅ 'ਚ ਨਹੀਂ ਚਲਾਇਆ। ਪਰ ਜੇ ਦਬਾਅ 'ਚ ਨਹੀਂ ਚਲਾਇਆ ਤਾਂ ਫਿਰ 18 ਮਹੀਨੇ ਕਿਉਂ ਲੱਗ ਗਏ? ਜੇ ਤੁਸੀਂ ਕਿਸੇ ਦੀ ਕਹਿ ਲਓ ਕਿ ਇੱਕ ਡਿਵੈਲਪਮੈਂਟ ਲਈ ਕੰਮ ਕਰ ਰਹੇ ਸੀ, ਤੁਸੀਂ ਉਸ ਨੂੰ 18 ਮਹੀਨੇ ਕਿਵੇਂ ਇੱਕ ਮੂਲ ਸੁਵਿਧਾ ਤੋਂ ਵਾਂਝਾ ਰੱਖ ਸਕਦੇ ਹੋ? ਇੰਟਰਨੈਟ ਅੱਜ ਕੱਲ੍ਹ ਮੂਲ ਸੁਵਿਧਾ ਹੀ ਹੋ ਚੁੱਕੀ ਹੈ। ਪੜ੍ਹਾਈ ਕਹਿ ਲਓ, ਦਫ਼ਤਰੀ ਕੰਮਕਾਰ ਕਹਿ ਲਓ, ਬਿਜ਼ਨਸ ਕਹਿ ਲਓ, ਸੈਨੀਟਾਈਜ਼ ਕਹਿ ਲਓ, ਹੈਲਥ ਕਹਿ ਲਓ, ਟਰਾਂਸਪੋਰਟ ਕਹਿ ਲਓ, ਸਭ ਕੁਛ ਤੇ ਇੰਟਰਨੈਟ ਸਹਾਰੇ ਚੱਲਦਾ ਹੈ। ਅਤੇ ਜਿੱਥੇ 18 ਮਹੀਨੇ ਇੰਟਰਨੈਟ ਬੰਦ ਹੋ ਜਾਵੇ ਤਾਂ ਫਿਰ ਤੁਸੀਂ ਲਗਾ ਸਕਦੇ ਹੋ ਕਿ ਉਹਨਾਂ ਦੀ ਡਿਵੈਲਪਮੈਂਟ ਕਿੰਨੀ ਕੁ ਹੋ ਸਕਦੀ ਹੈ। ਬਿਲਕੁਲ ਉਨੀ ਕੁ ਡਿਵੈਲਪਮੈਂਟ ਹੈ ਜਿੰਨੀ ਸਰਕਾਰ ਕਹਿੰਦੀ ਹੈ ਕਿ ਅਸੀਂ ਕਾਲੇ ਕਾਨੂੰਨ ਨਹੀਂ ਲਾਏ। ਉਹਨਾਂ ਕਾਲੇ ਕਾਨੂੰਨਾਂ ਦੇ ਵਿੱਚ ਕੋਈ ਕਾਲਾ ਨਹੀਂ ਹੈਗਾ। ਅਸੀਂ ਤਾਂ ਸਰਕਾਰ ਸਿਰਫ ਤੇ ਸਿਰਫ ਜੇ ਤੁਹਾਨੂੰ ਬਹੁਤਾਤ ਲੱਗਦਾ ਤਾਂ ਟਰਾਇਲ ਵਰਜਨ ਲਾ ਦਿਓ। ਸਰਕਾਰਾਂ ਨੂੰ ਇਹ ਨਹੀਂ ਲੱਗਦਾ ਪਤਾ ਕਿ ਟਰਾਇਲ ਵਰਜਨ ਥੋੜ੍ਹੀਆਂ ਚੀਜ਼ਾਂ ਦਾ ਹੁੰਦਾ ਹੈ। ਟਰਾਇਲ ਵਰਜਨ ਟੀਕਿਆਂ ਦਾ ਹੁੰਦਾ ਹੈ। ਉਹਨਾਂ ਟੀਕਿਆਂ ਦਾ ਜਦੋਂ ਕਿਸੇ ਮਹਾਮਾਰੀ ਦੇ ਉੱਤੇ ਅਸੀਂ ਲਾਉਂਦੇ ਹਾਂ, ਪਰ ਤੁਹਾਡੇ ਕੋਲੇ ਤੇ ਉਸ ਟੀਕਿਆਂ ਦਾ ਵੀ ਐਫੀਕੈਸੀ ਡਾਟਾ ਜਿਹੜਾ ਹੈ ਉਹ ਨਹੀਂ ਹੁੰਦਾ। ਉਹ ਡਾਟਾ ਜਿਹੜਾ ਥਰਡ ਪੜਾਅ ਤੋਂ ਬਾਅਦ ਆਉਂਦਾ ਹੈ ਔਰ ਦੱਸਦਾ ਹੈ ਕਿ ਕਿੱਦਾਂ ਦੇ ਰਿਜ਼ਲਟ ਆਏ ਨੇ, ਤੁਹਾਡੇ ਕੋਲੇ ਉਹ ਵੀ ਨਹੀਂ ਹੈਗਾ। ਫਿਰ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਸਰਕਾਰਾਂ ਜਿਹੜੀਆਂ ਨੇ ਉਹ ਕਿੱਥੇ ਲਿਜਾ ਰਹੀਆਂ ਅਤੇ ਕਿੱਥੇ ਸਾਨੂੰ ਜਾਣਾ ਪੈਣਾ ਹੈ। ਇਸ ਤੋਂ ਇਲਾਵਾ ਜੇ ਪੁਲਵਾਮਾ ਅਟੈਕ ਦੀ ਗੱਲ ਕਰਾਂ ਪਹਿਲਾਂ, ਤੇ ਪੁਲਵਾਮਾ ਅਟੈਕ ਦੀ ਜ਼ਿੰਮੇਵਾਰੀ ਕਿਸੇ ਨੇ ਅਜੇ ਤੱਕ ਲਈ। ਨੋਟਬੰਦੀ ਫੇਲ ਹੁੰਦੀ ਹੈ ਤੇ ਉਹਦੀ ਜ਼ਿੰਮੇਵਾਰੀ ਕਿਸੇ ਨੇ ਨਹੀਂ ਲਈ। ਕਹਿੰਦੇ ਸੀ ਕਾਲਾ ਧਨ ਤੁਹਾਨੂੰ ਲਿਆ ਕੇ ਦਿਖਾਵਾਂਗੇ, ਤੇ ਉਹਦੀ ਹੁਣ ਗੱਲ ਕਰਨੀ ਬੰਦ ਕਰ ਦਿੱਤੀ ਹੈ। ਸ਼ਾਇਦ ਉਹਦੇ ਬਾਰੇ ਵੀ ਕੋਈ ਗੱਲ ਨਹੀਂ ਕਰ ਰਿਹਾ। ਇੱਕ ਆਪਣੇ ਆਪ ਦੇ ਵਿੱਚ ਸਵਾਲ ਹੈ। ਔਰ ਸਰਕਾਰਾਂ ਸ਼ਾਇਦ ਇਹਨਾਂ ਅਸਲ ਮੁੱਦਿਆਂ ਨੂੰ, ਜਿਨ੍ਹਾਂ ਨੂੰ ਅਸੀਂ ਹੈਲਥ ਕਹਿੰਦੇ ਹਾਂ, ਟਰਾਂਸਪੋਰਟ ਕਹਿੰਦੇ ਹਾਂ, ਐਜੂਕੇਸ਼ਨ ਕਹਿੰਦੇ ਹਾਂ, GDP ਕਹਿੰਦੇ ਹਾਂ, ਉਹਨਾਂ ਦੇ ਉੱਤੇ ਗੱਲਬਾਤ ਨਹੀਂ ਕਰਨਾ ਚਾਹੁੰਦੀ। ਬੜੀਆਂ ਨੌਕਰੀਆਂ ਦਾ ਵਾਅਦਾ ਕੀਤਾ ਹੈ, ਅਜੇ ਤੱਕ ਕੋਈ ਇੰਪਲੋਇਮੈਂਟ ਨਹੀਂ ਹੋ ਰਿਹਾ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਸਰਕਾਰ ਨੂੰ, ਜਿਹੜੇ ਉੱਤੇ ਉਹ ਗੱਲਬਾਤ ਕਰਨਾ ਪਸੰਦ ਨਹੀਂ ਕਰਦੀ। ਇਹ ਸੀ ਕੁਝ ਮੁੱਦੇ ਜਿਹੜੇ ਸਾਡੇ ਭਾਰਤ ਦੇ ਵਿੱਚ ਆਮ ਚੱਲ ਰਹੇ ਨੇ। ਇਸ ਤੋਂ ਇਲਾਵਾ ਹੁਣ ਮੈਂ ਅਮਰੀਕਾ ਦੀ ਗੱਲ ਕਰਾਂ ਤੇ ਅਮਰੀਕਾ ਦੇ ਵਿੱਚ ਅੱਜ ਜਿਹੜੀਆਂ ਵੱਡੀਆਂ ਖਬਰਾਂ ਦੇ ਵਿੱਚੋਂ ਇੱਕ ਖਬਰ ਹੈ ਉਹ ਹੈ ਬਰੀ ਹੋ ਜਾਣਾ। ਟਰੰਪ ਸਾਹਿਬ ਦਾ ਬਰੀ ਹੋਣਾ ਇੱਕ ਆਪਣੇ ਆਪ ਦੇ ਵਿੱਚ ਸਵਾਲ ਹੈ। ਬਿਲਕੁਲ ਉੱਦਾਂ ਦਾ ਸਵਾਲ ਕਿ ਮੈਨੂੰ ਪਤਾ ਹੈ ਕਿ ਇਹ ਬੰਦਾ ਗਲਤ ਹੈ, ਪਰ ਮੈਂ ਉਹਨੂੰ ਸਜ਼ਾ ਨਹੀਂ ਦੇ ਸਕਦਾ। 57 ਲੋਕਾਂ ਨੇ ਕਹਿ ਦਿੱਤਾ ਕਿ ਇਹ ਗਿਲਟੀ ਹੈ, ਪਰ ਉਸ ਤੋਂ ਬਾਅਦ ਜੇ ਉਧਰ ਗੱਲ ਕੀਤੀ ਜਾਵੇ ਤਾਂ 43 ਲੋਕ ਇੱਦਾਂ ਦੇ ਨੇ ਜਿਹਨੇ ਮੰਨੇ ਹੀ ਨਹੀਂ ਕਿ ਇਹ ਗਿਲਟੀ ਹੈ।
ਸਾਨੂੰ ਲੱਗਦਾ ਸੀ ਅਮਰੀਕਾ ਕੁਝ ਹਟ ਕੇ ਡਿਸੀਜਨ ਲੈ ਸਕਦਾ ਹੈ। ਅੱਜ ਮੈਂ ਜਦੋਂ ਖਬਰਾਂ ਪੜ੍ਹ ਰਿਹਾ ਸੀ ਤਾਂ ਮੈਂ ਉਹਨਾਂ ਦੇ ਮਿਨੋਰਿਟੀ ਜਿਹੜੇ ਲੀਡਰ ਨੇ, ਮੈਕੋਨਲ ਜਿਹੜੇ ਨੇ, ਉਹ ਲਗਾਤਾਰ ਇਹ ਕਹਿ ਰਹੇ ਨੇ ਕਿ ਇੱਕ ਤਰੀਕੇ ਦੇ ਨਾਲ ਉਸ ਮੌਬ ਨੂੰ ਭੜਕਾਇਆ ਗਿਆ ਸੀ, ਮਿਸਗਾਈਡ ਕੀਤਾ ਸੀ। ਤਾਂ ਮਿਸਗਾਈਡ ਕਿਹਨੇ ਕੀਤਾ ਸੀ, ਭੜਕਾਇਆ ਕਿਹਨੇ ਸੀ, ਸ਼ਾਇਦ ਇਹ ਸਭ ਨੂੰ ਪ੍ਰਤੱਖ ਹੈ। ਟਰਾਇਲ ਦੇ ਦੂਸਰੇ ਦਿਨ ਇੱਕ ਵੀਡੀਓ ਚੱਲਦੀ ਹੈ, ਟੈਸਟੋਨੋਮੀ ਚੱਲਦੀ ਹੈ, ਟਾਈਮਲਾਈਨ ਚੱਲਦੀ ਹੈ, ਔਰ ਉਸ ਵੀਡੀਓ ਤੋਂ ਬਾਅਦ ਚਾਹੇ ਉਹ ਰਿਪਬਲਿਕਨ ਦਾ ਨੇਤਾ ਹੋਵੇ, ਚਾਹੇ ਉਹ ਡੈਮੋਕ੍ਰੇਟ ਦਾ ਨੇਤਾ ਹੋਵੇ, ਜਿਨ੍ਹਾਂ ਨੂੰ ਬਾਈਡਨ ਸਾਹਿਬ ਲੀਡ ਕਰਦੇ ਨੇ, ਉਹਨਾਂ ਸਾਰਿਆਂ ਦੀਆਂ ਭੁੱਬਾਂ ਨਿਕਲ ਗਈਆਂ, ਬੜੇ ਸਾਹ ਲੰਬੇ ਲੰਬੇ ਲਏ। ਦੂਸਰੇ ਦਿਨ ਉਹ ਅਖਬਾਰਾਂ ਦੀਆਂ ਸੁਰਖੀਆਂ ਬਣ ਕੇ ਵੀ ਸਾਹਮਣੇ ਆਉਂਦੇ ਨੇ ਵੀ ਇੱਦਾਂ ਹੋ ਗਿਆ, ਉੱਥੇ ਲੋਕ ਬੋਲਣ ਜੋਗੇ ਨਹੀਂ ਰਹੇ। ਪਰ ਫਿਰ ਅਸੀਂ ਦੇਖਿਆ ਕਿ ਅਕਸਰ ਉਹਨਾਂ ਗੱਲਾਂ ਤੋਂ ਬਾਅਦ ਜਦੋਂ ਵੋਟ ਦੀ ਗੱਲ ਆਉਂਦੀ ਹੈ ਤਾਂ ਫਿਰ ਵੋਟ 57% ਰਹਿੰਦੇ ਨੇ, ਜਦ ਕਿ 67 ਵੋਟ ਜਿਹੜੀਆਂ 67 ਸੀਟ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਹੱਕ ਵਿੱਚ ਭੁਗਤਣ ਦੀ ਲੋੜ ਸੀ। ਫਿਰ ਮੇਰਾ ਸਵਾਲ ਇਹ ਹੈ ਕਿ ਕਿਤੇ ਨਾ ਕਿਤੇ ਇਹ ਇੱਕ ਸਿਸਟਮ ਉਸ ਤਰੀਕੇ ਦੇ ਨਾਲ ਮੈਨੂੰ ਲੱਗਦਾ ਕਿ ਜਿੱਥੇ ਮੈਜੋਰਿਟੀ ਜਾ ਰਹੀ ਹੈ, ਸ਼ਾਇਦ ਸਾਨੂੰ ਉੱਥੇ ਡਿਸੀਜਨ ਮੇਕ ਕਰਨਾ ਚਾਹੀਦਾ ਹੈ। ਪਰ ਇਹ ਕਹਿੰਦੇ ਨੇ ਕਿ 2/3 ਚਾਹੀਦਾ ਹੈ। ਇਹ ਵੀ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਫਿਲਹਾਲ ਜੋ ਹੋਇਆ ਉਹ ਗਲਤ ਹੋਇਆ। ਹੁਣ ਇਸ ਤੋਂ ਬਾਅਦ ਟਰੰਪ ਸਾਹਿਬ ਦੀ ਸਟੇਟਮੈਂਟ ਆਉਂਦੀ ਹੈ ਕਿ ਮੈਂ ਬਹੁਤ ਧੰਨਵਾਦ ਹਾਂ ਜਿਹੜੇ ਲੋਕ ਮੇਰੇ ਹੱਕ ਵਿੱਚ ਭੁਗਤੇ ਨੇ। ਬਈ ਧੰਨਵਾਦ ਤਾਂ ਹੋਣਾ ਵੀ ਚਾਹੀਦਾ ਤੁਹਾਨੂੰ, ਕਿਉਂਕਿ ਬਹੁਤ ਲੋਕਾਂ ਨੇ ਸਿਆ ਹੈ ਤੁਹਾਡੇ ਲਈ। ਪਰ ਉਸ ਤੋਂ ਬਾਅਦ ਇੱਕ ਹੋਰ ਇਹਨਾਂ ਦੀ ਸਟੇਟਮੈਂਟ ਆਉਂਦੀ ਹੈ, ਕਹਿੰਦੇ ਕਿ 2016 ਵਾਲੀ ਦੇ ਜਸਟ ਅ ਬਿਗਨਿੰਗ ਸੀ। ਪਿਕਚਰ ਤਾਂ ਹੁਣੇ ਦਿਖਾਉਣਗੇ, ਅਗਲੀ ਕੈਂਪੇਨ 'ਚ ਦਿਖਾਉਣਗੇ। ਜਦੋਂ ਤੁਸੀਂ ਦੇਖੋ ਕਿ ਐਡੀ ਵੱਡੀ ਵੋਟ ਬੈਂਕ ਤੁਹਾਡੇ ਕੋਲੇ ਹੋਵੇ, ਤੁਸੀਂ ਇੱਕ ਸੰਘੀ, ਇੱਕ ਕਹਿ ਲਓ ਕਿ ਫਾਸ਼ੀਵਾਦੀ ਸੋਚ ਦੇ ਮਾਲਕ ਹੋਵੋ, ਤਾਂ ਤੁਸੀਂ ਉਸ ਮੁਲਕ ਦੇ ਲਈ ਵੀ ਖਤਰੇ ਹੋ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਝੰਡਾ ਬਰਦਾਰ ਹੈ ਉਹ ਡੈਮੋਕ੍ਰੇਸੀ ਦਾ। ਸੋ ਬਾਈਡਨ ਸਾਹਿਬ ਨੂੰ ਕਿਤੇ ਨਾ ਕਿਤੇ ਇਹਨਾਂ ਦੇ ਉੱਤੋਂ ਬਹੁਤ ਕਲੀਅਰ ਹੋਣ ਦੀ ਲੋੜ ਹੈ। ਇਹਨਾਂ ਦੇ ਬਹੁਤ ਸਾਰੇ ਡਿਸੀਜ਼ਨ ਜਿਹੜੇ ਨੇ ਉਹ ਅਨਡੂ ਕੀਤੇ ਨੇ ਬਾਈਡਨ ਹੋਣਾ ਨੇ, ਜਿਨ੍ਹਾਂ ਦੇ ਵਿੱਚੋਂ ਬਹੁਤ ਇਮੀਗ੍ਰੇਸ਼ਨ ਨੂੰ ਲੈ ਕੇ ਡਿਸੀਜ਼ਨ ਨੇ, ਇੱਥੋਂ ਤੱਕ ਕਿ ਟਰਾਂਸਜੈਂਡਰ ਜਿਹੜੇ ਸੀਗੇ ਉਹ ਮਿਲਟਰੀ 'ਚ ਸ਼ਾਮਲ ਨਹੀਂ ਹੋ ਸਕਦੇ ਸੀ। ਬਈ ਤੁਸੀਂ ਤਾਂ ਦੁਨੀਆ ਨੂੰ ਲੀਡ ਕਰਦੇ ਹੋ, ਦੁਨੀਆ ਨੂੰ ਦੱਸਦੇ ਹੋ ਕਿ ਭੇਦਭਾਵ ਕੁਛ ਨਹੀਂ ਹੈ। ਨਾਲੇ ਉਹ ਭੇਦਭਾਵ ਜਿਹੜਾ ਬੰਦਾ ਚੁਣਿਆ ਹੀ ਨਹੀਂ ਹੈ ਜਿਹਨੇ। ਹੁਣ ਟਰਾਂਸਜੈਂਡਰ ਤਾਂ ਕੋਈ ਨਹੀਂ ਚੁਣ ਸਕਦਾ, ਕੋਈ ਕੁੜੀ ਬਣਨਾ ਤਾਂ ਨਹੀਂ ਚੁਣ ਰਿਹਾ ਸ਼ੁਰੂ ਤੋਂ। ਹਾਂ, ਉਹ ਗੱਲ ਵੱਖਰੀ ਕਿ ਜੇ ਉਹ ਬਾਅਦ ਵਿੱਚ ਸੈਕਸ ਜਿਹੜਾ ਹੈ ਟਰਾਂਜੀਸ਼ਨ ਕਰਾਉਂਦਾ ਹੈ, ਟਰਾਂਸਫਰ ਕਰਾਉਂਦਾ ਹੈ, ਉਹ ਗੱਲ ਵੱਖਰੀ ਹੈ। ਪਰ ਜੇ ਕੋਈ ਜੈਨੇਟਿਕਲੀ, ਜੇ ਕੋਈ ਕੁਦਰਤੀ ਇੱਦਾਂ ਹੈ ਤਾਂ ਉਹਦੇ ਨਾਲ ਭੇਦਭਾਵ ਕਰਨਾ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ। ਪਰ ਮੇਰਾ ਇੱਥੇ ਇਹ ਸਵਾਲ ਹੈ ਕਿ ਡੈਮੋਕ੍ਰੇਸੀ ਦੇ ਲਈ ਜਿਹੜਾ ਵਿਰੋਧੀ ਧਿਰ ਹੈ ਉਹਨੂੰ ਵੀ ਸੁਚੇਤ ਹੋਣਾ ਬਹੁਤ ਜ਼ਰੂਰੀ ਹੈ। ਟਰੰਪ ਸਾਹਿਬ ਹੋਣੀ, ਉਹਨਾਂ ਦੀ ਵੱਡੀ ਪਾਰਟੀ ਜਿਹੜੀ ਹੈ ਵਿਰੋਧ ਦੇ ਵਿੱਚ ਹੈ। ਕਿਤੇ ਨਾ ਕਿਤੇ ਖਤਰਾ ਹੋ ਸਕਦਾ ਹੈ। ਤੁਸੀਂ ਅੱਗੋਂ ਵੀ ਦਿਨੇ ਸਟੇਟਮੈਂਟ ਪਾਸ ਕਰ ਸਕਦੇ ਹੋ, ਔਰ ਇਹ ਪੂਰੇ ਤਰੀਕੇ ਦੇ ਨਾਲ ਅਮਰੀਕਨ ਕਨਸਟੀਟਿਊਸ਼ਨ ਦੇ ਲਈ, ਅਮਰੀਕਨ ਡੈਮੋਕ੍ਰੇਸੀ ਲਈ ਖਤਰੇ ਹੋ ਸਕਦਾ ਹੈ ਜੇ ਡੈਮੋਕ੍ਰੇਟ ਜਿਹੜੇ ਨੇ ਉਹ ਸੁਲਝੇ ਨਾ, ਸਮਝੇ ਨਾ, ਔਰ ਆਪਣਾ ਕੰਮ ਸਟੀਕ ਤਰੀਕੇ ਦੇ ਨਾਲ ਨਹੀਂ ਕੀਤਾ। ਕਿਉਂਕਿ ਟਰੰਪ ਵਰਗੇ ਸਨਕੀ ਲੋਕ ਕਦੋਂ ਵੀ ਕਿਸੇ ਤਰੀਕੇ ਦੀ ਸਟੇਟਮੈਂਟ ਕਿਸੇ ਨੂੰ ਵੀ ਦੇ ਸਕਦੇ ਨੇ, ਔਰ ਪ੍ਰਾਊਡ ਬॉय ਜਿਹੜੇ ਉਹਨਾਂ ਦੇ ਪਿੱਛੇ ਲੱਗਦੇ ਨੇ, ਲਾਈ ਲੱਗ ਜਿਹਨੂੰ ਕਹਿੰਦੇ ਨੇ ਅਸੀਂ, ਉਹ ਬਹੁਤ ਕੁਝ ਕਰ ਸਕਦੇ ਨੇ। ਇਸ ਤੋਂ ਇਲਾਵਾ ਮੈਨੂੰ ਲੱਗਦਾ ਹੈ ਕਿ ਬਹੁਤ ਸਮਝ ਕੇ ਬੜੇ ਸਾਰੇ ਡਿਸੀਜ਼ਨ ਜਿਹੜੇ ਨੇ ਉਹ ਅਨਡੂ ਕੀਤੇ ਨੇ, ਔਰ ਅਨਡੂ ਡਿਸੀਜ਼ਨਾਂ ਦਾ ਸਵਾਗਤ ਕਰਨਾ ਚਾਹੀਦਾ ਹੈ। ਵੈਲ, ਇਹ ਸੀ ਮੇਰਾ ਅੱਜ ਦਾ ਮੁੱਦਾ। ਮਿਲਾਂਗਾ ਤੁਹਾਨੂੰ ਵੱਖਰੀਆਂ ਖਬਰਾਂ ਦੇ ਨਾਲ। ਦੇਖਦੇ ਰਹੋ ਪੰਜਾਬ ਮੈਲ USA TV। ਤੁਹਾਡਾ ਬਹੁਤ ਧੰਨਵਾਦ।